AC खरीदे सी 4, एक चंडीगढ़ 2 लाले घर जी। कहने कि एक कमेंट आया जरा, मैं कमेंट तो मैं आप नहीं कह रहा। अच्छा इधरों किसी वीर का कमेंट आया, कहने कि जरा दस्यो करा मोगे वालों का की बनया जी। कहने AC खरीदे 4 जी, एक मोगे ते 2 बार। 2 बार कमाल है यार। नहीं, 2 मोगे एक बार। हद है यार जी। देखो AC ने तो बई पूरा जिदा कह लीए ना कि हीट छड्डी भी आ। उत्ते रखिया हुंदा ना जिहड़ा कोठे ते पक्खा जिहा घुमदा जी, वो नहीं गर्म हुंदा जिन्ना थल्ले ठंडा ठंडा हुंदा मौसम। भी माहौल अंदर ठंडा बाहर गर्म। गर्म वही गल है कि जिथे AC लगे होणगे, हुण पता नहीं, असीं नहीं कह सकते किहड़ी बैठक 'च लगे ने ओह, ते उत्थे फोटो किहदी लगी हुई है उस बैठक 'च, पर बाहर हीट जरूर निकल रही है ਉਹਦੀ। ਤਾਂ खैर मान साहब ਵੀਕਐਂਡ ਤੇ ਇਹ ਬੜੀ ਵੱਡੀ ਖਬਰ ਬਣ ਗਈ। ਤੇ ਮੈਂ ਤੁਹਾਨੂੰ ਦੱਸਿਆ ਸੀਗਾ ਲੂੰਬਾ ਸਾਹਿਬ ਬਾਰੇ ਜੀ ਕਿ ਬਈ ਉਹ ਇਹਨਾਂ ਦੇ ਸਪੋਰਟਰ ਰਹੇ ਨੇ ਜੀ। ਠੀਕ ਹੈ, ਵੈਸੇ ਉਹਦੇ ਤੇ ਵੀ ਇੱਕ ਕਿੰਤੂ ਕੀਤਾ ਜਾ ਸਕਦਾ ਕਿ ਬਈ ਸਰਕਾਰੀ ਜੌਬ ਜਦੋਂ ਤੁਸੀਂ ਕਰਦੇ ਹੋ ਤੁਹਾਨੂੰ ਨਹੀਂ ਖੁੱਲ੍ਹ ਕੇ ਹਮਾਇਤ ਕਰਨੀ ਚਾਹੀਦੀ, ਪਰ ਮੁਲਾਜ਼ਮਾਂ ਦੀਆਂ ਤੇ ਅੱਜ ਕੱਲ੍ਹ ਜਥੇਬੰਦੀਆਂ ਬਣੀਆਂ, ਤੁਹਾਨੂੰ ਪਤਾ। ਬਿਲਕੁਲ, ਮੁਲਾਜ਼ਮਾਂ ਨੇ ਤਾਂ ਇੱਕ ਹੋਰ ਪੰਗਾ ਤੁਹਾਨੂੰ ਮੈਂ ਦੱਸਦਾ। ਹਾਂਜੀ, ਕੋਈ ਨਵਾਂ ਮੰਤਰੀ ਬਣੇ, MLA ਜਿੱਤ ਕੇ ਆਵੇ, ਇਹ ਨਾਲ ਦੀ ਨਾਲ ਵੱਜਣਗੇ ਉੱਥੇ। ਹਾਂਜੀ ਹਾਂਜੀ, ਅੱਜ ਕੱਲ੍ਹ ਜਥੇਬੰਦਕ ਹੋਏ ਪਏ ਨੇ ਮੁਲਾਜ਼ਮ ਵੀ। ਮੁਲਾਜ਼ਮਾਂ ਨੂੰ ਤੇ ਬਦਲਾ ਦੀ ਜ਼ਿਆਦਾ ਕਾਹਲੀ ਸੀ। ਮੈਂ ਪੁੱਛਿਆ ਇੱਕ ਵਾਰ ਮੁਲਾਜ਼ਮ ਨੂੰ, ਮੈਂ ਕਿਹਾ ਯਾਰ ਤੈਨੂੰ ਕੀ ਕਾਹਲੀ ਹੈ, ਤੂੰ ਕੋਈ 2 ਨੰਬਰੀ ਕੰਮ ਨਹੀਂ ਕਰਨਾ। ਕਹਿੰਦਾ ਬਾਈ ਸਾਡੀ ਮਜਬੂਰੀ ਅੰਦਰੋਂ ਆ। ਮੈਂ ਕਿਹਾ ਦੱਸ ਕੀ ਹੈ? ਕਹਿੰਦਾ ਸਾਡੇ ਨਾਲ ਵਾਲਾ ਗਰੁੱਪ ਆ ਉਹ ਵੀ ਜਾ ਕੇ ਫੋਟੋ ਪਾਊਗਾ, ਸਾਨੂੰ ਬਰਾਬਰ ਫੋਟੋ ਤੁੰਨਣੀ ਆ। ਤਾਂ ਉਹੀ ਹੈ ਨਾ ਕਿ ਮੁਲਾਜ਼ਮ ਜਥੇਬੰਦੀਆਂ ਦੀਆਂ ਮਜਬੂਰੀਆਂ ਕਹਿ ਲਓ ਜਾਂ ਬਈ ਇਹ ਚੀਜ਼ਾਂ ਹੁਣ ਜ਼ਰੂਰੀ ਕਹਿ ਲਓ ਹੁੰਦੀਆਂ ਨੇ। ਤਾਂ ਖੈਰ ਦੇਖੋ ਮਾਨ ਸਾਹਿਬ, ਇਹ ਜਿਹੜੀ ਗੱਲ ਆਈ ਕਿ ਮੈਡਮ ਦੇ ਘਰ ਚਲੇ ਗਏ ਨੇ ਜੀ AC ਜੀ, ਮੈਡਮ ਦੀਆਂ ਅੱਗੇ ਵੀ ਖਬਰਾਂ ਚੱਲੀਆਂ ਨੇ ਕੁਛ ਜੀ। ਚਲੋ ਦੱਬਵੇਂ ਸੁਰ ਹੁੰਦੇ ਆ, ਬਹੁਤਾ ਲੋਕੀ ਗੌਲਦੇ ਨਹੀਂ, ਪਰ ਮੈਂ ਇੱਕ ਚੀਜ਼ ਵੇਖੀ ਆ ਕਿ ਹਿਸਾਬ ਲਾ ਲਓ ਕੋਠੀ ਹੋਵੇ, AC ਹੋਵੇ, ਟੂਟੀ ਹੋਵੇ, ਉਹ ਜ਼ਿਆਦਾ ਮਸ਼ਹੂਰ ਹੋ ਜਾਂਦੀ ਆ ਖਬਰ। ਨਾਲ ਦੀ ਨਾਲ ਮਾਮਲਾ ਚੱਕ ਲਿਆ ਜੀ, ਕਹਿੰਦੇ ਜੀ ਬੀਬੀ ਮਾਣੂ ਕੇ ਉਹ ਕੋਠੀ ਵਾਲਾ ਮਸਲਾ ਜਿਹੜਾ ਨਿਬੜਿਆ, ਕਹਿੰਦੇ ਜੀ ਟੂਟੀਆਂ ਵੀ ਲਾ ਕੇ ਲੈ ਗਏ ਨੇ, ਉਹ ਕੁਛ ਨਹੀਂ ਛੱਡਿਆ। ਪਰ ਇੱਕ ਚੀਜ਼ ਛੱਡ ਗਏ ਉਹ ਕਹਿੰਦੇ ਕਿ ਉਹ ਸਨਮਾਨ ਪੱਤਰ ਬੀਬੀ ਜੀ ਵਾਲੇ ਪਏ ਸੀਗੇ ਇੱਕ ਕਮਰੇ 'ਚ, ਉਹ ਪਤਾ ਨਹੀਂ ਭੁੱਲ ਗਏ ਸਨਮਾਨ ਪੱਤਰ। ਹਾਂ, ਜਿਹੜੇ ਬੀਬੀ ਨੂੰ ਸੀਗੇ, ਚਲੋ 5-7 ਭਰ ਕੇ ਤੇ ਕਰਮ ਸਿੰਘ ਉਹਨੂੰ ਦੇ ਆਇਓ। ਨਹੀਂ ਨਹੀਂ, ਉਹ ਟਰਾਫੀਆਂ ਜੀਆਂ ਜੀ ਦੀ ਸ਼ੀਲਡ ਆਈਆਂ ਲੈਟਰ ਪੜਾ। ਆਹ ਚਲੋ ਠੀਕ ਆ, ਉਹ ਕਬੱਡੀ ਟੂਰਨਾਮੈਂਟ ਤੇ ਕਿਤੇ ਗਏ, ਕਿਤੇ ਸਨਮਾਨ ਕਰ ਦਿੰਦੇ ਹੋ, ਜਿਵੇਂ ਉਹ ਫੜਾ ਦਿੰਦੇ ਹੁੰਦੇ ਆ। ਹਾਂਜੀ, ਪੱਤਰਕਾਰਾਂ ਨੂੰ ਵੀ ਦਿੰਦੇ ਹੁੰਦੇ ਉਹ ਲੱਕੜ ਦੇ ਉਹ ਬਣਾਏ ਹੁੰਦੇ ਨਾ 5-10 ਰੁਪਏ ਦਾ, ਉਹ ਜੋ ਕਈ ਪੱਤਰਕਾਰ ਰੁੱਸ ਪੈਂਦੇ ਹੁੰਦੇ ਸੀਗੇ ਉਸ ਟਾਈਮ ਤੇ ਵੀ ਸਾਡਾ ਸਨਮਾਨ। ਪਰ ਜਿਹੜੇ ਕਾਢੂ ਹੁੰਦੇ ਸੀ ਨਾ ਉਹ 5-7 ਵੱਧ ਹੀ ਬਣਵਾ ਲੈਂਦੇ ਸੀ ਯਾਰ, ਵੀ ਕੋਈ ਨਾਰਾਜ਼ ਨਾ ਹੋਵੇ, ਨਾਰਾਜ਼ ਨਾ ਉਹ 2 ਲੈ ਜਾ ਜੀ। ਤਾਂ ਖੈਰ ਚਲੋ ਗੱਲ ਇਹ ਆ ਕਿ ਸਨਮਾਨ ਤੇ ਇਹਨਾਂ ਦਾ ਬਣਦਾ ਹੀ ਸੀਗਾ, ਪਰ ਸਨਮਾਨ ਇੰਨਾ ਹੋਇਆ ਨਹੀਂ ਹੈ। ਸਰਕਾਰ ਚਾਹੁੰਦੀ ਤੇ ਇਹਨਾਂ ਦਾ ਸਨਮਾਨ ਤੇ ਪੂਰਾ ਹੋਣਾ ਸੀਗਾ। ਤਾਂ ਅੱਛਾ, ਉਹ ਜਿਹੜੀ ਹੁਣ AC ਵਾਲੀ ਗੱਲਬਾਤ ਹੈ ਮਾਨ ਸਾਹਿਬ, ਕਹਾਣੀ ਸੋਸ਼ਲ ਮੀਡੀਆ 'ਤੇ ਜੋ ਚੱਲਦੀ ਹੈ ਜਾਂ ਆਪਾਂ ਦੇਖਿਆ ਦਾਅਵੇ ਦੇ ਰੂਪ 'ਚ, ਸਾਡਾ ਕੀ ਹੈ ਕਿ ਅਸੀਂ ਉੱਦਾਂ ਨਹੀਂ ਹੂ ਕਰ ਸਕਦੇ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਲਈ ਤੁਸੀਂ ਜਵਾਬ ਦੇ ਹੁੰਦੇ ਹੋ ਜੀ। ਤਾਂ ਅਸੀਂ ਕੋਸ਼ਿਸ਼ ਕੀਤੀ ਹੈ, ਸਾਡੀ ਟੀਮ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕੁਛ ਡਾਕੂਮੈਂਟ ਕੱਢ ਕੇ ਅਤੇ ਕੁਛ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਫਿਰ ਵੈਰੀਫਾਈ ਕਰੀਏ। ਤਾਂ ਉਹਦੇ 'ਚੋਂ ਕੀ ਸਿੱਟਾ ਨਿਕਲਦਾ ਫਿਰ ਤੁਸੀਂ ਕੱਢ ਲੈਣਾ। ਆਹ ਬਿੱਲ ਨੇ ਜੀ ਮਾਨ ਸਾਹਿਬ। ਪਹਿਲਾਂ ਤਾਂ ਇਹ ਸੀਗਾ ਕਿ ਤੁਸੀਂ ਕੀਤੀ ਸੀ ਗੱਲ SMO ਸਾਹਿਬ ਨਾਲ, ਸ਼ੁਰੂਆਤ 'ਚ ਉਹਨਾਂ ਨੇ ਜੋ ਕਿਹਾ ਉਹ ਤੁਸੀਂ ਦੱਸ ਦਿਓ। ਹਾਂਜੀ, SMO ਸਾਹਿਬ ਕਿੱਥੇ ਵੱਜੇ ਨੇ? ਹਾਂ, SMO ਸਾਹਿਬ ਨਾਲ ਮੈਂ ਕੱਲ੍ਹ ਪੁੱਛਿਆ ਜੀ, ਕੱਲ੍ਹ ਉਹਨਾਂ ਦਾ ਜਵਾਬ ਇਹ ਸੀ, ਕਹਿੰਦੇ ਕਿ ਜੀ ਵੀ AC ਕੋਈ ਖਰੀਦਿਆ ਨਹੀਂ ਹੈ ਜੀ। ਹਾਂਜੀ, ਮੈਂ ਕਿਹਾ ਜੀ ਕੀ ਕਾਰਨ ਹੋਈ? ਕਹਿੰਦੇ ਯਾਰ ਮੰਦਾ ਹੀ ਬੜਾ ਚੱਲੀਂਦਾ ਸਾਡੇ ਕੋਲ, ਤਾਂ ਸਾਨੂੰ ਤਾਂ ਪੈਸੇ ਨਹੀਂ ਆਉਂਦੇ। ਮੈਂ ਕਿਹਾ ਹੈ MLA ਸਾਹਿਬ ਉਹਨਾਂ ਕੋਲ ਤੁਸੀਂ ਮੰਡੀ 'ਚ ਕੱਟੇ ਵੇਚਦੇ ਹੋ, ਪੈਸਾ ਤਾਂ ਸਰਕਾਰ ਨੇ ਦੇਣਾ। ਕਹਿੰਦੇ ਸਰਕਾਰੀ ਪੈਸਾ ਨਹੀਂ ਆ ਰਿਹਾ, ਕਹਿੰਦੇ ਸਾਨੂੰ ਪੈਸਾ ਨਹੀਂ ਆ ਰਿਹਾ, 6-6 ਮਹੀਨੇ ਤਾਂ ਤਨਖਾਹ ਨੂੰ ਪੈਸੇ ਦੇਣ ਤੋਂ ਉਡੀਕਦੇ ਹਾਂ। ਮੈਂ ਕਿਹਾ ਵੀ ਇਹ ਕੀ ਹਾਲ ਹੋ ਗਿਆ ਜੀ? ਮੈਂ ਕਿਹਾ ਵੀ NHM ਦੇ ਪੈਸੇ ਨਹੀਂ ਆਉਂਦੇ ਹੋਣਗੇ, ਚਲੋ ਮੰਨ ਲੈਂਦੇ ਕੇਂਦਰ ਵਾਲੇ ਪੰਜਾਬ ਵਾਲਿਆਂ ਦੇ ਆਉਂਦੇ ਹੋਣਗੇ। ਕਹਿੰਦੇ ਜੀ ਦੋਨੇ ਨਹੀਂ ਆਉਂਦੇ। ਮੈਂ ਕਿਹਾ MLA ਸਾਹਿਬ ਤੱਕ ਨਹੀਂ ਪਹੁੰਚ ਕੀਤੀ ਕਰੇ ਤੁਸੀਂ, ਤੁਹਾਡੀ ਖਾਸੀ ਬਣਦੀ ਆ। ਕਹਿੰਦੇ ਜੀ 2-4 ਵਾਰੀ ਗੱਲ ਵੀ ਕੀਤੀ, ਉਹਨਾਂ ਨੇ ਕੁਛ ਦਵਾਏ ਵੀ ਹੈ ਪੈਸੇ। ਮੈਂ ਕਿਹਾ ਚਲੋ ਠੀਕ ਹੈ ਜੀ। ਤੇ ਮੈਂ ਕਿਹਾ ਵੀ AC, ਕਹਿੰਦੇ ਜੀ AC ਨਹੀਂ, ਅਸੀਂ ਨਹੀਂ ਖਰੀਦੇ। ਚਲੋ ਇਹਨਾਂ ਨੇ ਇਹ ਸੀਗਾ ਕੱਲ੍ਹ ਵਾਲਾ ਪੱਖਾ, ਐਤਵਾਰ ਵਾਲਾ। ਇਹ ਇੱਕ ਵਾਰੀ ਇਹ ਜਿਹੜੇ ਉੱਥੋਂ ਦੇ ਹਸਪਤਾਲ ਦੇ ਸੀਨੀਅਰ ਮੈਡੀਕਲ ਆਫਿਸਰ ਜਿਹੜੇ, ਹਾਂਜੀ, ਸੁਖਪ੍ਰੀਤ ਬਰਾੜ ਨੇ। ਹਾਂਜੀ ਹਾਂਜੀ ਹਾਂਜੀ, ਚਲੋ ਇਹ ਸਾਡੇ ਕੋਲ ਬਿੱਲ ਨੇ ਮਾਨ ਸਾਹਿਬ, ਅਸੀਂ ਇੱਧਰ ਕੈਮਰੇ ਨੂੰ ਦਿਖਾ ਦਿੰਦੇ। ਆਹ ਬਿੱਲ ਹੈ ਜੀ, ਠੀਕ ਹੈ ਜੀ। ਇੱਕ ਹੈ ਕਿੰਨੇ ਰੀਜਨਲ ਕਾਪੀ 2, ਇਹ ਟੋਟਲ 6 ਨੇ ਜੀ। ਟੋਟਲ 6 ਬਿੱਲ ਨੇ ਬਾਈ। ਪਹਿਲਾ ਹੈਗਾ ਲੋਇਡ 1.5 ਟਨ ਦਾ AC ਹੈ ਜੀ ਜੀ, ਠੀਕ ਹੈ ਜੀ। ਇਹਦਾ ਪ੍ਰਾਈਸ ਹੈ ਜਿਹੜਾ 23,437 ਜੀ, ਤੇ ਨਾਲ ਪਲੱਸ ਸਟੈਪਲਾਈਜ਼ਰ ਵੀ ਹੈ, ਸਟੈਪਲਾਈਜ਼ਰ ਵੀ ਨਾਲ ਹੀ ਗਿਆ। ਅੱਛਾ ਜੀ।
ਤੇ ਫਿਰ ਇਹਦੇ 'ਚ ਤੁਸੀਂ ਦੇਖੋਗੇ ਤਾਂ CGST ਲੱਗ ਜਾਂਦੀ ਹੈ ਨਾ, AC ਜਿਹੜੀਆਂ ਲਗਜ਼ਰੀ ਚੀਜ਼ਾਂ ਹੁੰਦੀਆਂ ਨੇ, ਤਾਂ ਫਿਰ ਇੱਕ ਸਟੇਟ ਦੀ, ਤੇ ਸਾਰਾ ਰਲਾ ਮਿਲਾ ਕੇ ਕੰਮ ਹੈ ਜਿਹੜਾ ਉਹ ਬਣਦਾ 33,000 ਦਾ। ਬ੍ਰਾਂਡ ਤਾਂ ਦੱਸ ਰਹੇ ਵੀ ਜੇ ਕਿਤੇ ਜਾਓ ਤਾਂ ਪਛਾਣ ਲਿਓ ਹੁਣ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਖਰੀਦ ਹੋਈ ਆ 15/8/2022 ਨੂੰ। ਅੱਛਾ ਜੀ ਠੀਕ ਹੈ ਜੀ। ਜਨਤਾ ਇਲੈਕਟ੍ਰੋਨਿਕਸ, ਅਕਾਲਸਰ ਰੋਡ, ਮੋਗਾ। ਠੀਕ ਹੈ। ਇਹ 6 ਨੇ ਆਪਣੇ ਕੋਲ। ਇੰਟਰਸਟਿੰਗ ਚੀਜ਼ ਇਹ ਆ ਕਿ ਹੁਣ ਤੁਸੀਂ 4 AC ਦਾ ਜ਼ਿਕਰ ਕੀਤਾ ਜੀ, ਵੀ 6 ਬਿੱਲ ਕਾਹਦੇ ਆ ਜੀ, 2 ਇਹਦੇ 'ਚ ਫਰਿੱਜਾਂ ਨੇ। ਅੱਛਾ ਜੀ। ਸਰਕਾਰੀ ਹਸਪਤਾਲ 'ਚ ਜਿਹੜੇ ਮੋਗੇ ਗਏ ਨੇ, ਕਿਤੇ ਨਵੀਆਂ ਫਰਿੱਜਾਂ ਦੇ ਉਹਨਾਂ ਨੂੰ ਦਰਸ਼ਨ ਹੋਏ ਹੋਣ ਤੇ ਉਹ ਜ਼ਰੂਰ ਦੱਸ ਸਕਦੇ ਆ। ਯਾਨੀ ਇਹ AC ਆ। ਇਹ ਵੀ ਦੂਸਰਾ ਵੀ ਲੋਇਡ ਦਾ ਆ ਜਾਂਦਾ ਜੀ, ਫਿਰ ਤੀਸਰਾ ਕੈਲਵੀਨੇਟਰ ਦਾ, ਕੈਲਵੀਨੇਟਰ ਕੰਪਨੀ ਦਾ ਜੀ, ਤੇ ਚੌਥਾ ਹੇਅਰ ਦਾ, ਹੇਅਰ ਕੰਪਨੀ ਹੁੰਦੀ ਹੈ ਨਾ। ਜੀ, ਇਹ 4 AC ਹੈਗੇ ਨੇ ਤੇ 2 ਇਹਦੇ ਵਿੱਚ ਫਰਿੱਜ ਆਇਆ, ਰੈਫਰੀਜਰੇਟਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜੀ ਵਰਲਪੂਲ। ਜੀ ਠੀਕ ਹੈ ਜੀ। ਇਹ ਵਰਲਪੂਲ ਇਹਨਾਂ ਨੇ ਖਰੀਦਿਆ ਦੋਵਾਂ ਦਾ ਹੀ, ਤੇ ਇਹਨਾਂ ਦਾ ਰੇਟ ਹੈਗਾ 13,000। ਜੀ। ਇਹ ਹੁਣ ਕਿੱਥੇ ਨੇ, ਇਹ ਵੀ ਇੱਕ ਮਾਮਲਾ ਜਿਹੜਾ ਉਹ ਗੁੰਝਲਦਾਰ ਹੈ। ਹੁਣ ਸਭ ਤੋਂ ਵੱਡੀ ਗੱਲ ਕਿ ਉੱਥੋਂ ਦੇ ਜਿਹੜੇ ਮੈਡੀਕਲ ਆਫੀਸਰ ਆ ਉਹ ਪਹਿਲਾਂ ਡਿਨਾਈ ਕਰਦੇ ਆ। ਹਾਂਜੀ, ਜਿਹੜਾ ਐਤਵਾਰ ਵਾਲਾ ਪੱਖ ਸੀ, ਐਤਵਾਰ ਵਾਲਾ ਪੱਖ ਆ ਕਿ ਅਸੀਂ ਤਾਂ ਜੀ ਉਹ ਚੀਜ਼ ਜਿਹੜੀ ਆ ਖਰੀਦ ਹੀ ਨਹੀਂ ਸੀ ਸਕਦੇ, ਕਿਉਂਕਿ ਅਸੀਂ ਤੇ ਉਹ ਜਿਵੇਂ ਨਾ ਤੇਰੇ ਯਾਰ ਨੂੰ ਤਾਂ ਹੋ ਗਿਆ ਨੰਗ ਪੁਣੇ ਦਾ ਬੁਖਾਰ ਵੀ ਸਾਨੂੰ ਤੇ ਨੰਗ ਪੁਣੇ ਦਾ ਬੁਖਾਰ ਚੜਿਆ, ਅਸੀਂ ਤੇ ਖਰੀਦ ਹੀ ਨਹੀਂ ਸਕਦੇ। ਆ ਹਜ਼ੂਰ ਤੁਸੀਂ ਖਰੀਦਿਆ। ਇਸ ਤੋਂ ਬਾਅਦ ਅਸੀਂ ਇਹ ਭਾਈ ਸਾਹਿਬ ਜਿਹੜੇ ਮਾਲਕ ਸੀਗੇ ਇਹਨਾਂ ਦੇ, ਸੁਖਰਾਜ ਜੀ, ਜਨਤਾ ਇਲੈਕਟ੍ਰੋਨਿਕਸ, ਅਕਾਲਸਰ ਰੋਡ ਜਿਹੜਾ ਮੋਗਾ, ਕਾਫੀ ਮਸ਼ਹੂਰ ਦੁਕਾਨ ਹੈ ਇਹਨਾਂ ਦੀ ਜੀ। ਫਿਰ ਅਸੀਂ ਪੁਖਤਾ ਤੌਰ ਤੇ ਜਾਣਕਾਰੀ ਹਾਸਲ ਕਰਨ ਵਾਸਤੇ ਉਹਨਾਂ ਦੇ ਨਾਲ ਰਾਬਤਾ ਕੀਤਾ। ਉਹਨਾਂ ਨੇ ਕਿਹਾ ਕਿ ਹਾਂਜੀ ਗਏ ਨੇ ਸੀ, ਪਰ ਹਾਲੇ ਤੱਕ ਰਕਮ ਨਹੀਂ ਆਈ। ਮਤਲਬ ਕਿ ਉਹ ਕਹਿੰਦੇ ਕਿ ਪੇਮੈਂਟ ਨਹੀਂ ਦਿੱਤੀ ਇਹਨਾਂ ਏਸੀਆਂ ਦੀ। AC ਵੀ ਗਏ, ਸਮਾਨ ਵੀ ਗਿਆ, ਬਿੱਲ ਵੀ ਗਏ ਨੇ, ਪਰ ਉਧਰੋਂ ਮਾਇਆ ਨਹੀਂ। ਅਸੀਂ ਉਚੇਚੇ ਤੌਰ ਤੇ ਪੁੱਛਿਆ ਸੀਗਾ ਕਿ ਇੰਸਟਾਲ ਕਿੱਥੇ ਕਰਕੇ ਆਏ ਹੋ, ਤਾਂ ਉਹਦਾ ਜਵਾਬ ਉਹ ਨਹੀਂ ਦੇ ਸਕੇ। ਉਹਨਾਂ ਨੇ ਕਿਹਾ ਜੀ ਅਸੀਂ ਸਿਵਲ ਹਸਪਤਾਲ ਸਪਲਾਈ ਕੀਤੇ। ਹਾਂਜੀ, ਹੁਣ ਫਿੱਟ ਕਿੱਥੇ ਹੋਇਆ ਉਹਦੇ ਬਾਰੇ ਉਹਨਾਂ ਨੇ ਵੀ ਕੋਈ ਮੋਹਰ ਨਹੀਂ ਲਾਈ। ਇੱਕ ਗੱਲ ਹੋਰ ਦੱਸਦਾ, ਉਹਨਾਂ ਤੱਕ ਮੇਰੇ ਖਿਆਲ ਨਾਲ ਪੂਰਾ ਮਾਮਲਾ ਹਜੇ ਤੱਕ ਪਹੁੰਚਿਆ ਨਹੀਂ ਹੈ, ਜਾਂ ਪਤਾ ਨਹੀਂ, ਕਹਿੰਦੇ ਨਹੀਂ ਪਤਾ ਤਾਂ ਹੋਏਗਾ ਜਾਣ ਨੇ ਪਤਾ ਨਹੀਂ ਹੈ। ਕਹਿੰਦੇ ਜੀ ਰੌਲਾ ਕੀ ਪੈ ਗਿਆ ਹੁਣੇ ਦੱਸੋ, ਕਹਿੰਦੇ। ਅੱਛਾ ਜੀ। ਮੈਂ ਕਿਹਾ ਵੀ ਰੌਲਾ ਤਾਂ ਕੁਛ ਰੌਲਾ ਤੁਹਾਨੂੰ ਪਤਾ ਲੱਗ ਜਾਣਾ ਜੀ 4:30 ਤੱਕ ਪਤਾ ਲੱਗ ਜਾਣਾ। ਰੌਲਾ ਤਾਂ ਇੱਥੋਂ ਹੀ ਜ਼ਿਆਦਾ ਸ਼ੁਰੂ ਹੁੰਦਾ ਜੀ। ਤਾਂ ਕਹਿਣ ਦਾ ਭਾਵ ਇਹ ਆ ਕਿ ਆ ਤੁਹਾਡੇ ਸਾਹਮਣੇ ਬਿੱਲ ਆ, ਯਾਨੀ ਪਹਿਲੀ ਸੱਟੇ SMO ਸਾਹਿਬ ਮੁੱਕਰ ਗਏ ਕਿ ਅਸੀਂ ਤੇ ਖਰੀਦ ਸਕਦੇ ਹੀ ਨਹੀਂ ਜੀ, ਨਾ ਹੀ ਖਰੀਦੇ ਆ। ਫਿਰ ਅਸੀਂ ਬਿੱਲ ਕਢਾਏ, ਫਿਰ ਉਸ ਤੋਂ ਬਾਅਦ ਦੁਕਾਨ ਦੇ ਮਾਲਕ ਜਿਹੜੇ ਆ ਉਹਨਾਂ ਤੋਂ ਪੁਸ਼ਟੀ ਕਰਵਾਈ। ਉਹ ਕਹਿੰਦੇ ਜੀ ਕਿ ਸਾਡੇ ਤਾਂ ਪੈਸੇ ਹੀ ਹਾਲੇ ਤੱਕ ਨਹੀਂ ਮੁੜੇ। ਹੁਣ ਦੁਬਾਰਾ ਫਿਰ ਮਾਨ ਸਾਹਿਬ ਜਾਂਦੇ ਆ SMO ਸਾਹਿਬ ਕੋਲ, ਔਰ ਉਹ ਫੋਨ ਨਹੀਂ ਚੱਕਦੇ। ਪਹਿਲਾਂ ਫੋਨ ਨਹੀਂ ਚੱਕਦੇ, ਫਿਰ ਅਸੀਂ ਸਿਵਲ ਸਰਜਨ ਨੂੰ ਫੋਨ ਕੀਤਾ ਕਿ ਬਾਈ ਅਸੀਂ ਖਬਰ ਕਰਾਂਗੇ ਤੇ ਮੁੜ ਕੇ ਤੁਸੀਂ ਫਿਰ ਕਹੋਗੇ ਕਿ ਸਾਡੇ ਟੀਕਾ ਲੱਗ ਗਿਆ ਡਾਕਟਰਾਂ ਦੇ। ਹਾਂਜੀ। ਤਾਂ ਫਿਰ ਉਹ ਕਹਿੰਦੇ ਕਿ ਤੁਸੀਂ ਫੋਨ ਕਰੋ ਜਾਂ ਗੱਲ ਤੁਹਾਡੇ ਨਾਲ ਉਹ ਕਰਨਗੇ। ਤਾਂ ਫਿਰ ਉਹ ਦੁਬਾਰਾ ਫੋਨ ਚੱਕਦੇ ਆ, ਫਿਰ ਦੁਬਾਰਾ ਉਹ ਕੀ ਮਾਮਲਾ ਬਣਾਉਂਦੇ ਆ। ਉਸ ਤੋਂ ਪਹਿਲਾਂ 5-7 ਵਾਰੀ ਕਾਲ ਕੀਤੀ ਜਾਂਦੀ ਵੀ ਨਹੀਂ ਜਵਾਬ ਦਿੰਦੇ, ਚੱਕਦੇ ਹੀ ਨਹੀਂ ਫੋਨ। ਇਨ ਮੀਨ ਟਾਈਮ ਉਸ ਤੋਂ ਪਹਿਲਾਂ ਅਸੀਂ ਇੱਕ ਉੱਥੇ ਹੋਰ ਕਿਸੇ ਅਧਿਕਾਰੀ ਨਾਲ ਗੱਲ ਕੀਤੀ, ਜਿਨ੍ਹਾਂ ਕੋਲੇ ਪਹਿਲਾਂ 4 ਸੀਗਾ ਪਰਚੇਜ਼ਿੰਗ ਦਾ, ਭਾਵ ਕਿ ਖਰੀਦੋ ਫਰੋਖਤ ਦਾ ਕੰਮ ਉਹਨਾਂ ਦਾ ਸੀਗਾ। ਉਹ ਕਹਿੰਦੇ ਕਿ ਬਾਈ ਕਲੈਰੀਕਲ ਪੋਸਟ ਜੀ ਬਿਲਕੁਲ। ਤਾਂ ਉਹ ਕਹਿੰਦੇ ਕਿ ਬਾਈ ਆਏ ਨੇਗੇ, ਖਰੀਦੇ ਨੇਗੇ, ਪਰ ਕਹਿੰਦੇ ਕਿ ਵੀ ਮੈਂ ਤਾਂ ਇਸੇ ਚੱਕਰ ਦੇ ਵਿੱਚ ਉੱਥੋਂ ਬਾਹਰ ਹੀ ਆ ਗਿਆ। ਤੇ ਹਾਲਾਂਕਿ ਕਹਿੰਦੇ ਕਿ ਮੇਰੇ ਤੇ ਵੀ ਦਬਾਅ ਪਾਇਆ ਸੀ ਕਿ ਬਾਈ ਖਰੀਦੋ। ਉਹ ਕਹਿੰਦੇ ਕਿ ਬਾਈ ਮੈਂ ਇਹਨਾਂ ਚੀਜ਼ਾਂ ਦੇ ਲਈ ਹਾਮੀ ਨਹੀਂ ਭਰੀ। ਤਾਂ ਉਸ ਤੋਂ ਬਾਅਦ ਕਹਿੰਦੇ ਕਿ ਬਾਈ ਉਹਨਾਂ ਨੇ ਸਿੱਧੇ, ਮੈਨੂੰ ਨਹੀਂ ਪਤਾ ਕਿ SMO ਸਾਹਿਬ ਨੇ ਕਿਵੇਂ ਖਰੀਦਿਆ ਕਿਵੇਂ ਨਹੀਂ ਖਰੀਦਿਆ, ਪਰ ਉਹਨਾਂ ਨੇ ਖਰੀਦੇ ਜ਼ਰੂਰ ਨੇ। ਕਹਿੰਦੇ ਮਤਲਬ ਕਿ ਖੁਦ ਕਲਰਕ ਕਹਿ ਰਿਹਾ ਹੈ। ਹਾਂਜੀ, ਕਹਿ ਰਿਹਾ ਕਿ ਇਸ ਰੌਲੇ 'ਚੋਂ ਮੈਂ ਤੇ ਬਾਹਰ ਹੀ ਹੋ ਗਿਆ, ਕਿਉਂਕਿ ਰੌਲਾ ਸੀ। ਕਹਿ ਦਿੱਤਾ, ਕਹਿੰਦਾ ਜੀ ਮੈਂ ਗਰੀਬ ਬੰਦਾ, ਮੈਂ ਮਾਰਿਆ ਜਾਊਂਗਾ ਜੇ ਪੈਸੇ ਨਾ ਦਿੱਤੇ, ਮੰਨ ਲਓ ਕੱਲ ਨੂੰ ਨਾ ਆਏ, ਮੈਂ ਉਹ ਦੁਕਾਨਦਾਰ ਨੂੰ ਕਿੱਥੋਂ ਦੇ ਕੇ ਆਊਂਗਾ? ਅਗਲੇ ਨੇ ਮੈਨੂੰ ਕਹਿਣਾ ਬਾਈ। ਇਹਦਾ ਮਤਲਬ ਇਹ ਕਿ ਰੌਲਾ ਤਾਂ ਸੀ ਨਾ। ਈਵਨ ਉਹਨਾਂ ਨੇ ਰਕਮ ਵੀ ਦੱਸਦੀ 1,68,000 ਸਮਥਿੰਗ, 1,68,000 ਹੀ ਬਣਦਾ ਹੈ। ਹਾਂਜੀ, ਐਗਜ਼ੈਕਟ 1,68,000 ਹੀ ਬਣਦਾ, ਕਿਉਂਕਿ 4 AC ਹੈ ਤੇ 2 ਰੈਫਰੀਜਰੇਟਰ ਇਹਦੇ ਵਿੱਚ ਹੋ ਗਏ ਜੀ। ਤਾਂ ਟੋਟਲ 1,68,000 ਹੀ ਬਣਦਾ ਹੈ। ਬਿਲਕੁਲ। ਤੇ ਉਹ ਕਲੈਰੀਕਲ ਪੋਸਟ ਤੇ ਬੈਠਾ ਬੰਦਾ ਕਹਿੰਦਾ ਜੀ ਆਪਾਂ ਤਾਂ ਨਿਕਲ ਗਏ ਇੱਥੋਂ। ਹਾਂਜੀ, ਕਹਿੰਦਾ ਬਾਈ ਜੀ ਆਪਾਂ ਤਾਂ ਬਦਲੀ ਕਰਾ ਲਈ ਸੀ। ਮਤਲਬ ਕਿ ਰਿਸੀਵਿੰਗ ਬਾਰੇ ਉਹ ਵੀ ਨਹੀਂ ਬੋਲ ਰਹੇ ਕਿ ਹਾਂ ਜੀ ਅਸੀਂ ਰਿਸੀਵ ਕੀਤਾ ਸਮਾਨ। ਜੀ ਬਿਲਕੁਲ। ਜੇ ਉਹਨਾਂ ਨੇ ਕੀਤਾ ਹੁੰਦਾ ਤਾਂ ਆਪਾਂ ਨੂੰ ਦੱਸਦੇ ਕਿ ਹਾਂ ਜੀ ਅਸੀਂ ਇਹ 4 AC ਇੱਥੇ ਰਿਸੀਵ ਕੀਤੇ, ਤੇ ਆਪਾਂ ਕਹਿੰਦੇ ਕਿ ਹਾਂ ਜੀ ਸਾਨੂੰ ਰਿਸੀਵਿੰਗ ਦੀ ਕੋਈ ਵੀ ਚੀਜ਼ ਦਿਖਾਓ। ਬਿਲਕੁਲ। ਤਾਂ ਫਿਰ ਉਹਨਾਂ ਤੇ
ਗਾਜ਼ ਡਿੱਗਣੀ ਸੀਗੀ। ਤਾਂ ਜ਼ਾਰਾ ਜੀ ਗੱਲ ਹੈ ਕਿ ਉਹ ਰੌਲਾ ਕਹਿ ਰਹੇ ਨੇ, ਇਹਦਾ ਮਤਲਬ ਹੈ ਕਿ ਰਿਸੀਵਿੰਗ ਪਤਾ ਨਹੀਂ ਕਿੱਥੇ ਹੋਈ ਜਾਂ ਕਿੱਥੇ ਨਹੀਂ ਹੋਈ। ਇਹ ਸਾਫ਼ ਹੈ, ਸਪਸ਼ਟ ਹੈ। ਫਿਰ ਐਸਐਮਓ ਸਾਹਿਬ ਕੀ ਕਹਿੰਦੇ? ਐਸਐਮਓ ਸਾਹਿਬ ਕਹਿੰਦੇ ਜੀ ਕਿ ਕਹਿੰਦੇ ਹਾਂਜੀ 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 ਮਾਨ ਸਾਹਿਬ ਚੱਕ ਲਿਆ ਫੋਨ ਉਹਨਾਂ ਨੇ, ਜਦੋਂ ਤਾਂ ਨਾਲ ਦੀ ਨਾਲ ਸ਼ੁਰੂ ਹੋ ਗਏ। ਕਹਿੰਦੇ ਕਿ ਜੀ ਬਸ ਇਨਵੈਸਟੀਗੇਟ ਕਰਾਉਣੇ ਆ, ਸਾਰਾ ਕੁਝ ਕਰ ਦਿੰਦੇ, ਕੋਈ ਗੱਲ ਨਹੀਂ, ਸਾਹਮਣੇ ਰੱਖਦੇ ਨੇ ਸਾਰਾ ਕੁਝ ਲਿਆ ਕੇ ਇਨਵੈਸਟੀਗੇਸ਼ਨ। ਅੱਛਾ ਜੀ, ਹੁਣ ਇਨਵੈਸਟੀਗੇਟ ਤੇ ਆ ਗਏ। ਹੁਣ ਇਨਵੈਸਟੀਗੇਸ਼ਨ ਤੇ ਆ ਗਏ। ਹੁਣ ਇਨਵੈਸਟੀਗੇਸ਼ਨ ਤੇ ਇਨਵੈਸਟੀਗੇਟ ਕਰਾਂਗੇ। ਉਹ ਇਸ ਮਾਮਲੇ ਤੇ ਕੁਝ ਨਹੀਂ ਬੋਲੇ। ਉਹਨਾਂ ਨੇ ਬੜਾ ਕਾਹਲੀ ਦੇ ਵਿੱਚ ਆਖਿਆ, ਕਹਿੰਦੇ ਕਿ ਜੀ ਦੇਖੋ ਗੱਲ ਇਹ ਵੀ ਤੁਹਾਡਾ ਫੋਨ ਚੁੱਕ ਲੈਂਦੇ, ਗੱਲ ਕਰ ਲੈਂਦੇ ਆ, ਅਸੀਂ ਮਾਮਲੇ ਦੀ ਪੜਤਾਲ ਸਭ ਪਾਸੇ ਹੋ ਰਹੇ ਨੇ। ਹੁਣ ਸਭ ਆਪਣਾ ਆਸਾ ਪਾਸਾ ਬਚਾ ਰਹੇ ਨੇ ਮਾਨ ਸਾਹਿਬ। ਇਹਦੇ ਵਿੱਚ ਮਸਲਾ ਕੋਈ ਹਜ਼ਾਰ ਦਾ ਹੀ ਹੈ, ਕੋਈ ਵੱਡੀ ਗੱਲ ਨਹੀਂ ਹੈ। ਲੱਖ 1.5 ਲੱਖ ਦਾ ਹਿਸਾਬ ਕਿਤਾਬ ਆ, ਪਰ ਜਿੱਥੋਂ ਗੱਲ ਤੁਰੀ ਆ ਉਹ ਤੁਰਦੀ ਹੈ ਐਮਐਲਏ। ਹਾਂਜੀ, ਹੁਣ ਜਿੱਥੋਂ ਦੋਸ਼ ਲੱਗਾ, ਜਿੱਥੇ ਦੋਸ਼ ਲੱਗਾ। ਹਾਂਜੀ, ਐਮਐਲਏ ਸਾਹਿਬਾਂ ਨੂੰ ਫੋਨ ਕੀਤਾ ਜੀ, ਡਾਕਟਰ ਅਮਨਦੀਪ ਅਰੋੜਾ ਜੀ ਨੂੰ, ਉਹਨਾਂ ਨੇ ਫੋਨ ਨਹੀਂ ਚੁੱਕਿਆ। ਉਹਨਾਂ ਨੇ ਫੋਨ ਨਹੀਂ ਚੁੱਕਿਆ। ਉਹਨਾਂ ਦੇ ਹਸਬੈਂਡ ਦਾ ਨੰਬਰ ਵੀ ਟਰਾਈ ਕੀਤਾ, ਉਹ ਉਹਨਾਂ ਦੇ ਕਿਸੇ ਪੀਏ ਨੇ ਚੁੱਕਿਆ। ਅੱਛਾ, ਗਾਂ ਮਤਲਬ ਕਿ ਅੱਜ ਕੱਲ ਵਿਧਾਇਕਾ ਦੇ ਜਿਹੜੇ ਪਤੀ ਦੇਵੇ ਉਹਨਾਂ ਦੇ ਵੀ ਗਾਂ ਪੀਏ ਨੇ, ਉਹਨਾਂ ਦੇ ਵੀ ਪੀਏ। ਸ਼ਾਬਾਸ਼ ਸ਼ਾਬਾਸ਼, ਉਹ ਗੱਲ ਵੱਖਰੀ ਹੈ ਕਿ ਬਾਈ ਉਹ ਸੇਵਾਦਾਰ ਵੀ ਨੇ ਨਾਲ ਨਾਲ। ਵਾਹ ਜੀ ਵਾਹ। ਹਾਂਜੀ, ਉਹ ਸਰਕਾਰੀ ਸੇਵਾਦਾਰ ਨੇ ਜੀ। ਉਹ ਹੈਗੇ ਨੇ ਆਹ ਰੂਰਲ ਮੈਡੀਕਲ ਆਫੀਸਰ, ਆਰਐਮਓ ਨੇ। ਹਾਂਜੀ, ਤੇ ਜਾ ਕੇ ਉਹਨਾਂ ਦਾ ਪੇਜ ਵੇਖੋ, ਉਹ ਪੋਸਟਰਾਂ ਤੇ ਥੱਲੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਸੇਵਕ ਲਿਖਦੇ ਨਾ ਕਿ ਜਨਤਾ ਦਾ ਸੇਵਕ। ਨਹੀਂ, ਖਬਰਾਂ ਵੀ ਲੱਗੀਆਂ ਅਖਬਾਰਾਂ ਦੇ ਵਿੱਚ। ਕੱਢੋ ਕੱਢੋ ਕੁਛ ਉਹ ਵੀ ਦਿਖਾਓ। ਬਿਲਕੁਲ ਦਿਖਾਓ। ਉਹਨਾਂ ਨੇ ਖਬਰਾਂ ਵੀ ਲੱਗੀਆਂ ਹੋਊਗਾ ਜੀ। ਉਹਨਾਂ ਦਾ ਡਾਕਟਰ ਰਾਕੇਸ਼ ਅਰੋੜਾ ਦੇ ਨਾਮ ਦੇ ਉੱਤੇ ਫੇਸਬੁੱਕ ਪੇਜ ਆ, ਜੇ ਕੋਈ ਸੱਜਣ ਖੋਲ ਲੂਆ ਤਾਂ ਤੁਸੀਂ ਖੋਲ ਵੀ ਲਿਓ। ਤੇ ਉੱਥੇ ਉਹਨਾਂ ਦੇ ਪੇਜ ਦੇ ਉੱਤੇ ਜਿਹੜਾ ਤੁਹਾਨੂੰ ਸਾਰੀਆਂ ਨਾ ਖਬਰਾਂ ਮਿਲ ਜਾਣਗੀਆਂ। ਉਹਨਾਂ ਨੇ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਉਹ ਲਾਈਆਂ ਹੋਈਆਂ ਨੇ, ਤਾਂ ਉਹ ਆਪਣੇ ਆਪ, ਮਾਫ ਕਰਨਾ, ਲਾਈਆਂ ਨਹੀਂ, ਭਾਵ ਕਿ ਅਖਬਾਰਾਂ ਦੀ ਕਟਿੰਗਾਂ ਜਿਹੜੀਆਂ ਨੇ ਅਖਬਾਰਾਂ 'ਚ ਲੱਗੀਆਂ। ਉਹ ਉਹਨਾਂ ਨੇ ਪੋਸਟਰ ਵੀ ਮੈਂ ਦੇਖ ਰਿਹਾ ਸੀ ਮਾਨ ਸਾਹਿਬ, ਉਹ ਥੱਲੇ ਆਪਦੇ ਵੱਲੋਂ ਉਹਨਾਂ ਦਾ ਜਾਰੀ ਕੀਤਾ ਹੋਇਆ ਹੈ। ਤਾਂ ਕਹਿੰਦਾ ਭਾਵ ਹੈ ਕਿ ਡਿਊਟੀ ਕਹਿੰਦੇ ਕਿ ਭਲੂਰ ਪਿੰਡ 'ਚ ਆ, ਪਰ ਭਲੂਰ ਮੋਗੇ ਤੋਂ ਹਮੇਸ਼ਾ ਦੂਰ ਹੀ ਰਿਹਾ। ਭਲੂਰ ਦੂਰ ਵੀ ਆ, ਤੇ ਮੈਨੂੰ ਲੱਗਦਾ ਉੱਥੋਂ ਦੇ, ਮੈਨੂੰ ਲੱਗਦਾ ਲੋਕੀ ਕਹਿਣਗੇ ਕਿ ਨਾ ਬਾਈ ਅਸੀਂ ਤਾਂ ਦੇਖੇ ਨਹੀਂ ਕਦੇ ਇਹਨਾਂ ਨੂੰ। ਕਿਸੇ ਨੇ ਦੇਖਿਆ ਹੋਵੇ ਤਾਂ ਦੱਸ ਦੇਣਾ ਜੀ। ਉਹ ਵੈਸੇ ਬਹਿੰਦੇ ਨੇ, ਇੱਕ ਕਮਰਾ ਮਿਲਿਆ ਹੋਇਆ ਉਹਨਾਂ ਨੂੰ ਜੀ, ਜ਼ਿਲ੍ਹਾ ਪ੍ਰੀਸ਼ਦ ਹੁੰਦਾ ਨਾ ਜੀ, ਉਹਦੇ ਵਿੱਚ ਕਮਰਾ ਮਿਲਿਆ ਹੋਇਆ, ਨਜ਼ਾਰੇ ਨਾਲ ਬਹਿੰਦੇ ਨੇ ਉੱਥੇ। ਸਿਆਸੀ ਸਰਗਰਮੀਆਂ ਜੀ ਜਰਾ ਕਰਿਓ ਸਾਂਝਾ ਕਰੋ। ਹਾਂ ਜੀ, ਲਿਆਓ ਜੀ, ਆ ਜੀ। ਇਹ ਆ ਮਾਨ ਸਾਹਿਬ ਦਾ ਪੋਸਟਰ, ਜਿਹੜਾ ਕਿ ਸਾਡੇ ਉੱਤੇ ਮਾਨ ਸਾਹਿਬ ਦੀ ਫੋਟੋ ਲੱਗੀ ਆ, ਸੀਐਮ ਸਾਹਿਬ ਦੀ। ਬੜਾ ਰੰਗੀਨ ਪੋਸਟਰ ਹੈ, ਮਜ਼ਾ ਆ ਗਿਆ। ਐਡੀਟਿੰਗ ਕਮਾਲ ਦੀ ਕੀਤੀ ਹੋਈ ਹੈ ਪੂਰੀ ਹੈ। ਹਾਂ ਜੀ, ਉਹ ਸਰੋਂ ਫੁੱਲਾ ਜਿਹਾ ਰੰਗ ਜਿਹੜਾ ਥੱਲੇ ਜਰਾ ਲਿਖਿਆ ਕਿ ਉਹ ਵੀ ਜਰਾ ਪਰ ਕੇ ਥੱਲੇ ਲਿਖਿਆ, ਇਹ ਕਹਿੰਦੇ ਨੇ ਕਿ ਔਖੇ ਸਮੇਂ ਕਿਸਾਨਾਂ ਦੇ ਨਾਲ ਖੜੀ ਮਾਨ ਸਰਕਾਰ, ਫਸਲ ਖਰਾਬੇ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਹੋਵੇਗੀ ਸਿੱਧੀ ਟ੍ਰਾਂਸਫਰ ਜੀ। 13 ਅਪ੍ਰੈਲ ਨੂੰ ਮੁਆਵਜ਼ੇ ਦੇ ਚੈੱਕ ਵੰਡਣਗੇ ਸੀਐਮ ਮਾਨ, ਪਹਿਲੀ ਵਾਰ ਵਾਢੀ ਤੋਂ ਪਹਿਲਾਂ ਮਿਲੇਗਾ ਖਰਾਬੇ ਦਾ ਮੁਆਵਜ਼ਾ। ਡਾਕਟਰ ਰਾਕੇਸ਼ ਅਰੋੜਾ, ਆਮ ਆਦਮੀ ਪਾਰਟੀ, ਮੋਗਾ, ਪੰਜਾਬ। ਚਲੋ ਜੀ, ਮੋਗੇ ਵਾਲੇ ਲਓ ਨਜ਼ਾਰੇ ਬਾਈ, ਆ ਗਿਆ ਬਦਲਾ। ਦੇਖ ਲਓ ਜੀ, ਆ ਇਹਨਾਂ ਦੀਆਂ ਕਹਾਣੀਆਂ ਜੀ। ਸੋ ਅਸੀਂ ਇਹਨਾਂ ਦੇ ਨਾਲ ਗੱਲ ਕਰਨੀ ਸੀਗੀ, ਅਸੀਂ ਸੁਨੇਹਾ ਲਾਤਾ ਸੀਗਾ ਕਿ ਬਾਈ ਜੇ ਕੋਈ ਤੁਸੀਂ ਗੱਲ ਕਹਿਣੀ ਆ ਤਾਂ ਜ਼ਰੂਰ ਕਹਿ ਸਕਦੇ ਹੋ। ਇੱਕ ਹੋਰ ਲੈਟਰ ਈਵਨ ਕਿ ਤੁਸੀਂ ਇਨ ਮੀਨ ਟਾਈਮ ਲੈਟਰ ਦੇਖ ਲਓ, ਕੋਈ ਗੱਲ ਨਹੀਂ। ਈਵਨ ਕਿ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਣਗੀਆਂ ਨੇ ਵਕਾਰਾ ਤੌਰ ਦੇ ਉੱਤੇ, ਇਹਨਾਂ ਨੇ ਉਦਘਾਟਨ ਕੀਤੇ ਹੋਏ ਆ। ਹੁਣ ਇਹ ਨਹੀਂ ਪਤਾ ਕਿ ਬਾਈ ਉਹ ਮਤਲਬ ਕਿਵੇਂ ਕੀਤੇ ਹੋਏ ਨੇ, ਕਿੱਦਾਂ ਕੀਤੇ ਹੋਏ ਨੇ, ਉਹ ਨਹੀਂ ਪਤਾ ਇਹਦੇ ਵਿੱਚ। ਹੋਰ ਡਿਸਪੈਂਸਰੀਆਂ ਵਾਲੇ ਜਿਹੜੇ ਉੱਥੇ ਡਾਕਟਰ ਨੇ, ਉਹਨਾਂ ਨੂੰ ਤਾਂ ਕੋਈ ਸਾਦਾ ਨਹੀਂਗਾ ਕਿ ਆਓ ਮਾੜਾ ਜਿਹਾ ਡਾਕਟਰ ਸਾਹਿਬ, ਤੁਸੀਂ ਸੇਵਾ ਕਰਦੇ ਹੋ ਜੀ ਮਰੀਜ਼ਾਂ ਦੀ, ਆਓ ਮਾੜਾ ਜਿਹਾ ਇੱਥੇ ਸਕੂਲ ਦੇ ਵਿੱਚ ਕੋਈ ਉਦਘਾਟਨ ਕਰਾ ਦਈਏ ਤੁਹਾਡੇ ਤੋਂ, ਇੱਥੇ ਟੂਰਨਾਮੈਂਟ ਦਾ ਹੀ ਰੀਬਨ ਕਟਾ ਦਈਏ ਤੁਹਾਡੇ ਤੋਂ। ਇਹੀ ਡਾਕਟਰ ਦਿਸਦੇ ਨੇ। ਤਾਂ ਇਹ ਕਮਾਲ ਦੀ ਗੱਲ ਹੈ, ਕਿਉਂਕਿ ਅਸੀਂ ਪੁੱਛਣਾ ਸੀਗਾ ਕਿ ਭਾਈ ਅਸੀਂ ਕਿੱਥੇ ਗਏ ਨੇ ਜੀ, ਪਰ ਇਹਨਾਂ ਦੇ ਨਾਲ ਸਾਡੀ ਗੱਲਬਾਤ ਨਹੀਂ ਹੋ ਸਕੀ। ਜੇ ਇਹਨਾਂ ਦੀ ਟੀਮ ਚਾਹੇ ਤਾਂ ਸਾਨੂੰ ਦੱਸ ਦੇਣਾ, ਅਸੀਂ ਫੇਰ ਕੱਲ੍ਹ ਵਾਲੇ ਪ੍ਰੋਗਰਾਮ 'ਚ ਲੈ ਲਾਂਗੇ। ਇੱਕ ਆਹ ਲੈਟਰ ਹੋਰ ਆਇਆ ਮਾਨ ਸਾਹਿਬ। ਹਾਂਜੀ, ਇਹਦੀ ਵੀ ਜਰਾ ਚਰਚਾ ਕਰ ਲਈਏ। ਇਹਦੇ 'ਚ ਲਿਖਿਆ ਵੱਲੋਂ ਸੀਨੀਅਰ ਮੈਡੀਕਲ ਅਫਸਰ, ਹਾਲਾਂਕਿ ਇਹਦੇ 'ਚ ਸਕੈਨਰ ਦੇ ਨਾਲ ਥੋੜਾ ਜਿਹਾ ਡੇਟ 'ਚ ਪ੍ਰੋਬਲਮ ਹੈ। ਇਹਦੇ ਉੱਤੇ ਮਿੰਟੂ ਜੀ ਇੱਕ ਤਾਂ ਡੇਟ ਵੀ ਨਹੀਂ ਪਾਈ ਸੀ, ਤੇ ਲੈਟਰ ਨੰਬਰ ਵੀ ਨਹੀਂ ਲੱਗਿਆ ਸੀ ਕੋਈ। ਹਾਂਜੀ, ਆਫੀਸ਼ੀਅਲੀ ਜਿਹੜਾ ਨੰਬਰ ਲੱਗਦਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਮੋਗਾ ਤੇ ਵੱਲ ਸਮੂਹ ਸਟਾਫ ਸਿਵਲ ਹਸਪਤਾਲ ਮੋਗਾ, ਕਹਿੰਦੇ ਆ ਜੀ ਕਿ ਆਡਿਟ ਤਹਿਤ ਫੰਡ ਲੈਣ ਸੰਬੰਧੀ ਵਿਸ਼ਾ ਤੇ ਸਮੂਹ ਸਿਵਲ ਹਸਪਤਾਲ ਮੋਗਾ ਦੇ ਅਧਿਕਾਰੀਆਂ ਕਰਮਚਾਰੀਆਂ ਨੂੰ ਬੇਨਤੀ ਪੂਰਵਕ ਲਿਖਿਆ ਜਾਂਦਾ ਹੈ ਕਿ ਆਡਿਟ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਅਧਿਕਾਰੀ ਕਰਮਚਾਰੀ ਆਪਣੀ ਕੈਟਾਗਰੀ ਤੋਂ ਚਾਰਜ ਅਨੁਸਾਰ ਫੰਡ ਵਿਜੇ ਕੁਮਾਰ ਫਾਰਮੇਸੀ ਅਫਸਰ ਸਿਵਲ ਹਸਪਤਾਲ ਮੋਗਾ ਨੂੰ ਜਮ੍ਹਾਂ ਕਰਵਾਏ ਜਾਣ। ਇਹ ਕੀ ਚੱਲ ਰਿਹਾ ਵੀ? ਮਤਲਬ ਕਿ ਆਡਿਟ ਵਾਲੇ ਆਏ ਆ ਬਾਈ, ਕਹਿੰਦੇ ਬਾਈ ਉਹਨਾਂ ਦੀ ਪ੍ਰਾਹੁਣਾਚਾਰੀ ਕਰਨੀ ਆ ਆਪਦੇ ਹਿਸਾਬ ਨਾਲ, ਜਿੰਨੀ ਤੁਹਾਡੀ ਜੇਬ ਭਾਰ ਚੱਲਦੀ ਆ, ਭਾਵ ਕਿ ਕਹਿਣ ਸਲੈਬ ਬਣਾਤੀ ਕਿ ਬਾਈ ਉਸ ਹਿਸਾਬ ਨਾਲ 1000 ਰੁਪਿਆ, 2000 ਰੁਪਏ, 3000 ਰੁਪਏ। ਈਵਨ ਕਿ ਇਹ ਅਖਬਾਰ ਦੇ ਵਿੱਚ ਖਬਰ ਵੀ ਲੱਗੀ ਸੀ ਮਿੰਟੂ ਜੀ, ਹੱਦ ਹੋ ਗਈ ਹੈ ਪ੍ਰਿੰਟ ਦੇ ਵਿੱਚ ਖਬਰ ਲੱਗੀ। ਅੱਛਾ, ਇਹਦਾ ਮਤਲਬ ਕਿ ਉਹ ਪਹਿਲਾਂ ਖਬਰਾਂ ਲੱਗ ਚੁੱਕੀਆਂ, ਪਹਿਲਾਂ ਦੀ ਖਬਰ ਵੀ ਲੱਗੀ ਹੋਈ ਆ। ਦੇਖੋ ਇਹ ਕੀ ਚੱਲਦਾ ਪਿਆ ਹਸਪਤਾਲ, ਮਤਲਬ ਕਿ ਦੇਖੋ ਸਿਆਸਤ ਦਾ ਆ ਕਿਹੜਾ ਰੂਪ ਹੈ ਜਿਹੜਾ ਸਾਡੇ ਸਾਹਮਣੇ ਹੈ ਕਿ ਹਸਪਤਾਲਾਂ 'ਚ ਵੀ ਰਾਜਨੀਤੀ ਆ ਜੀ।
ਉਹਦੇ ਵਿੱਚ ਐਸਐਮਓ ਸਾਹਿਬ ਨੇ ਕਲੇਮ ਕੀਤਾ ਇਹ ਚੀਜ਼ ਮੰਨੇ ਨੇ ਇਹ ਚੀਜ਼ ਕਿ ਹਾਂ ਬਾਈ ਅਸੀਂ ਜਾਰੀ ਕੀਤਾ ਹੈ, ਅਸੀਂ ਜਾਰੀ ਕੀਤਾ ਤੇ ਆ ਵੇ ਪੈਸੇ ਬਾਈ ਜਿਹੜਾ ਮਨ ਪੱਤਾ ਜੇ ਗਿਆ। ਤੁਸੀਂ ਸਾਰਾ ਕੁਝ ਠੀਕ ਕਰਦੇ ਹੋ ਤੇ ਆਡਿਟ ਟੀਮ ਨੂੰ ਕਾਹਦੇ ਤੁਸੀਂ ਉੱਥੇ ਆਮਲੇਟ ਖਵਾਉਣੇ ਨੇ, ਫਿਰ ਉਹਨਾਂ ਨੂੰ ਕਰਨ ਦਿਓ ਸਾਰਾ ਕੁਝ ਸਹੀ ਕਰਕੇ ਤੇ ਉਹ ਚਲੇ ਜਾਣਗੇ। ਬਿਲਕੁਲ ਆਡਿਟ ਦਾ ਕੰਮ ਕੀ ਹੈ ਫਿਰ ਦੇਖ ਲਓ ਬਾਈ ਹੁਣ ਰੋਟੀ ਆਡਿਟ ਪਾਣੀ ਕਿੱਦਾਂ ਖਵਾਓ ਦਾ ਜਿਵੇਂ ਆਮ ਬੰਦੇ ਨੂੰ ਖਵਾਉਂਦੇ ਆਪਾਂ ਜੀ। ਤੇ ਇਹ ਤਾਂ ਤੁਸੀਂ ਐਕਸਟਰਾ ਉਹਨਾਂ ਦੀ ਸਾਰਾ ਅੱਗੇ ਜਦੋਂ ਹੁੰਦਾ ਸੀ ਨਾ ਚੀਫ ਮਿਨਿਸਟਰ ਕੈਪਟਨ ਸਾਹਿਬ, ਉਹਨਾਂ ਨੇ ਵੀ ਇੱਕ ਵਾਰੀ ਅਜਿਹਾ ਹੀ ਕੀਤਾ ਸੀਗਾ ਜਦੋਂ ਆਈ ਸੀ ਨਾ ਵਿੱਤ ਕਮਿਸ਼ਨ ਦੀ ਟੀਮ, ਤੇ ਉਹਨਾਂ ਨੂੰ ਇੱਕ ਐਸੇ ਹੋਟਲ 'ਚ ਠਹਿਰਾਇਆ, ਮਤਲਬ ਕਿ ਖਜ਼ਾਨਾ ਜਿਹੜਾ ਸੀਗਾ ਨਾ ਜੀ ਉਹ ਤੇ ਮਤਲਬ ਕਿ ਧੂੰਆਂ ਛੱਡਣ ਲੱਗ ਪਿਆ, ਜਿਵੇਂ ਪੁਰਾਣੇ ਟਰੈਕਟਰਾਂ ਦਾ ਰੈਡੀਏਟਰ ਨਹੀਂ ਸੀ ਛੱਡਦਾ ਹੁੰਦਾ ਗਰਮ ਹੋਏ ਤੋਂ ਜ਼ੋਰ ਲੱਗੇ ਤੋਂ, ਜੀ ਇਸ ਤਰ੍ਹਾਂ ਭਾਫਾਂ ਛਡਾ ਦਿੱਤੀਆਂ ਸਨ। ਜੀ। ਇੰਨਾ VIP ਟ੍ਰੀਟਮੈਂਟ ਦਿੱਤਾ ਸੀ। ਤੇ ਮੈਂ ਕਿਹਾ ਕਿ ਪੰਡ ਭਰ ਕੇ ਜਿਹੜਾ ਉਹ ਪਾਉਂਡਾਂ ਦਾ ਇੱਥੇ ਢੇਰ ਲਾ ਕੇ ਗਏ ਨੇ ਤੁਹਾਡੇ ਕੋਲ, ਉਹ ਵੀ ਮਾੜਾ ਜਿਹਾ ਦੱਸ ਦਿਓ। ਜੀ ਉਹਨਾਂ ਨੂੰ ਤੁਸੀਂ ਇੱਕ ਐਸੇ ਹੋਟਲ 'ਚ ਠਹਿਰਾਇਆ ਜਿੱਥੇ ਆਪਣੇ ਆਮ ਬੰਦੇ ਦਾ ਜਾਣ ਦਾ ਸੁਪਨਾ ਹੀ ਰਹਿੰਦਾ ਕਿ ਕਿਸੇ ਢੰਗ ਨਾਲ ਯਾਰ ਕਦੇ ਇਹਦੇ ਅੰਦਰ ਹੀ ਚਲੇ ਜਾਈਏ। ਜੀ ਬਿਲਕੁਲ ਬਿਲਕੁਲ ਜੀ। ਅਮਰ ਗੁਰਾਇਆ ਜੀ ਕਰਿਆ ਜੀ ਫੋਨ ਚੁੱਕਣ ਵਾਲਾ ਜਿਹੜਾ ਨੰਬਰ ਆ ਜੀ ਉਹ ਵੱਖਰਾ ਦਿੰਦੇ ਆ ਭਾਊ ਜੀ, ਕਹਿੰਦੇ ਕਿ ਇਨਕਲਾਬੀ ਕਹਿੰਦੇ ਕਿ ਨਹੀਂ ਦੇਣ ਸਾਨੂੰ ਤੇ ਫਿਰ ਬਾਅਦ 'ਚ ਹੀ ਦਿੰਦੇ ਹੁੰਦੇ ਆ ਕਿ ਆ ਇਹਦੇ ਤੇ ਕਰ ਲਿਆ ਕਰੋ ਜੀ, ਬਾਈ ਬਣਿਆ ਪਰਸਨਲ ਨੰਬਰ ਆ ਜੀ, ਪਰਸਨਲ ਤੇ ਕਰ ਲਿਆ ਕਰੋ। ਦੇਖੋ ਗੱਲ ਇਹ ਆ ਕਿ AC ਵਾਲਾ ਮਾਮਲਾ ਬਿਲਕੁਲ ਜਿਹੜਾ ਉਹ ਗੁੰਝਲਦਾਰ ਆ, ਕਲਰਕ ਭੱਜ ਰਿਹਾ, SMO ਕੁਝ ਕਹਿ ਰਿਹਾ, ਸਿਵਲ ਸਰਜਨ ਜਾਨ ਛੁਡਾ ਰਿਹਾ, ਇਹਦਾ ਮਤਲਬ ਹੈ ਕਿ ਕਾਲਾ ਮਾਲਾ ਹੈ, ਕਥਿਤ ਤੌਰ ਤੇ ਕਾਲਾ ਮਾਲਾ ਹੈ। ਕੱਲ ਮੁੱਕਰ ਗਏ ਸੀ ਅੱਜ ਮੰਨ ਵੀ ਗਏ, ਅੱਜ ਮੰਨ ਗਏ ਜੀ ਇਨਵੈਸਟੀਗੇਸ਼ਨ ਕਰਵਾਵਾਂਗੇ। ਸੋ ਮਾਨ ਸਾਹਿਬ ਤੁਸੀਂ ਕਰਵਾਓ ਇਨਵੈਸਟੀਗੇਸ਼ਨ। ਇਹ ਗੱਲ AC ਦੀ ਨਹੀਂ, AC ਤੋਂ ਚੱਲ ਕੇ ਰਿਮੋਟ ਤੱਕ ਚਲੇ ਜਾਣੀ ਹੈ ਕਿ AC ਦਾ ਰਿਮੋਟ ਕਿਹਦੇ ਕੋਲ, ਰਿਮੋਟ ਤੋਂ ਭਾਵ ਕੀ ਹੈ ਕਿ ਇਹ ਜਿਹੜੇ ਅਫਸਰ ਹੈ ਚਲਾਏ ਕਿੱਦਾਂ ਜਾਂਦੇ ਆ, ਇਹ AC ਦੀ ਨਹੀਂ ਗੱਲ ਰਿਮੋਟ ਦੀ ਹੋਣੀ ਆ ਜੀ। ਇਹ ਤੁਸੀਂ ਦੇਖੋ ਕਿ ਇਹ ਰਿਮੋਟ ਜਿਹੜੇ ਤੁਹਾਡੇ ਬੰਦਿਆਂ ਦੇ ਹੱਥ ਹੈਗੇ ਆ ਉਹ ਸਹੀ ਬਟਨ ਨੱਪ ਰਹੇ ਨੇ, ਅੱਜ ਕੱਲ ਚੈਨਲ ਸਹੀ ਫੜ ਰਹੇ ਨੇ ਅੱਗੋਂ ਜੀ, ਤੇ ਮੈਨੂੰ ਤੇ ਲੱਗਦਾ ਕਿ ਰੇਂਜ ਪੁੱਠੀ ਸਿੱਧੀ ਫੜ ਰਹੇ ਨੇ ਜੀ। ਬਿਲਕੁਲ ਮੈਂ ਵਾਰ-ਵਾਰ ਕਹਿਣਾ ਕਿ ਤੁਸੀਂ ਆਪਣੇ ਬੰਦਿਆਂ ਦੀਆਂ ਬਾਈ ਖੁਫੀਆ ਰਿਪੋਰਟਾਂ ਲੈ ਲਓ। ਕੁਝ ਬੰਦੇ ਬਹੁਤ ਵਧੀਆ ਕੰਮ ਕਰ ਰਹੇ ਇਹਨਾਂ ਦੇ, MLA ਬਹੁਤ ਵਧੀਆ ਕੰਮ, ਉਮਦਾ ਕੰਮ ਹੈ ਉਹਨਾਂ ਦਾ, ਕੋਈ ਕੰਟਰੋਵਰਸੀ ਨਹੀਂ, ਆਪਦਾ ਆਰਾਮ ਨਾਲ ਲੱਗੇ ਹੋਏ ਨੇ, ਠੀਕ ਆ। ਖਰਚੇ ਵਰਚੇ ਆਪਣੇ ਆਪ ਹੀ ਚੱਲਦੇ ਰਹਿੰਦੇ ਆ, ਤੁਹਾਨੂੰ ਪਤਾ ਹੀ ਹੈ ਮਾਨ ਸਾਹਿਬ। ਤਾਂ ਕੁਝ ਬੰਦੇ ਜਿਹੜੇ ਵਧੀਆ ਕੰਮ ਕਰਦੇ ਉਹ ਤੁਹਾਡੇ ਬੰਦੇ ਹੀ ਉਹਨਾਂ ਨੂੰ ਲੈ ਡੁੱਬਣਗੇ ਜੀ, ਉਹਨਾਂ ਹੱਥੋਂ ਹੀ ਮਾਂਜੇ ਜਾਣਗੇ ਉਹ ਵੀ, ਜੀ ਜੀ। ਕਿਉਂਕਿ ਫਰਕ ਫਿਰ ਉਹਨਾਂ ਤੇ ਵੀ ਪੈਂਦਾ ਹੁੰਦਾ ਜੀ। ਬਿਲਕੁਲ ਬਿਲਕੁਲ ਜੀ। ਈਵਨ ਮੈਂ ਮਿੰਟੋ 'ਚ ਮੈਂ ਸਿਹਤ ਮੰਤਰੀ ਸਾਹਿਬ ਨੂੰ ਵੀ ਫੋਨ ਕੀਤਾ ਸੀ, ਉਹ ਖੈਰ ਮੇਰੇ ਖਿਆਲ ਨਾਲ ਜਲਾ ਰਜੇ ਵਿੱਚ ਹੋਣਗੇ ਬਾਈ, ਉਹਨਾਂ ਨੇ ਫੋਨ ਚੁੱਕਿਆ ਨਹੀਂ। ਅਦਰਵਾਈਜ਼ ਕੋਈ ਗੱਲ ਨਹੀਂ ਬਾਈ, ਨਹੀਂ ਤਾਂ ਤੁਸੀਂ ਪ੍ਰੋਗਰਾਮ ਪਹੁੰਚਾ ਦਿਓ ਉਹਨਾਂ ਤੱਕ ਤੇ ਮਾਨ ਸਾਹਿਬ ਤੱਕ ਵੀ ਪਹੁੰਚਾ ਦਿਓ ਬਾਈ ਜੇ ਪਹੁੰਚਾ ਸਕਦੇ ਹੋ ਤਾਂ। AC ਵਾਲੀ ਕਹਾਣੀ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਇਹਦੇ 'ਚ ਗੁੰਝਲ ਹੈ। ਹੁਣ ਇਹਦੇ 'ਚ ਉੱਥੋਂ ਦੀ ਅਫਸਰਸ਼ਾਹੀ ਜ਼ਿੰਮੇਵਾਰ ਆ ਜਾਂ ਉੱਥੋਂ ਦੀ ਸਿਆਸਤ ਜ਼ਿੰਮੇਵਾਰ ਆ, ਵਿਧਾਇਕਾ ਜ਼ਿੰਮੇਵਾਰ, ਜਿਹੜਾ ਵੀ ਹੈਗਾ ਲੱਭ ਲਓ ਜੀ। ਬਿਲਕੁਲ ਬਿਲਕੁਲ ਬਿਲਕੁਲ। ਪਰ ਗੁੰਝਲ ਜ਼ਰੂਰ ਜੇ। ਉਧਰੋਂ ਮਿੰਟੂ ਜੀ ਇੱਕ ਹੋਰ ਕਮੈਂਟ ਆ ਰਿਹਾ ਰਜੀਵ ਜੀ ਦਾ, ਇਹਨਾਂ ਨੇ ਉੱਪਰ ਵੀ ਕਮੈਂਟ ਕੀਤਾ ਸੀਗਾ, ਕਹਿੰਦੇ ਕਿ ਜੀ ਸੁਖਬੀਰ ਮੈਸਰਖਾਨਾ ਜੀ ਦੇ ਉੱਤੇ ਵੀ ਕਹਿੰਦੇ ਕਿ ਇਲਜ਼ਾਮਬਾਜ਼ੀ ਹੋਈ ਆ। ਇੱਕ ਬੀਬੀ ਨੇ, ਬਜ਼ੁਰਗ ਨੇ ਕਿਸੇ ਨੇ ਇਲਜ਼ਾਮ ਲਾਏ, ਉਹਨਾਂ ਦੇ ਡਾਕੂਮੈਂਟ ਖਹਿਰਾ ਸਾਹਿਬ ਕੋਲੇ ਪਹੁੰਚ ਗਏ ਆ, ਲੱਗਦਾ ਕਹਿੰਦੇ ਕਿ PC ਹੋ ਜੂ। ਉਹ ਕਹਿੰਦੇ ਕਿ ਬਈ ਉਹਨਾਂ ਦੀ ਜ਼ਮੀਨ ਵਗੈਰਾ ਨੱਪੀ। ਉਧਰੋਂ ਰਾਏਕੋਟ ਵਾਲੇ ਵਿਧਾਇਕ ਤੇ ਲੱਗੀ ਜਾਂਦੇ ਆ, ਉਹ ਤਾਂ ਵੈਸੇ ਕ੍ਰਾਸ ਪਰਚਾ ਹੋ ਗਿਆ, ਪਰ ਉਹਦੇ ਆਪਦੇ ਖਾਸ ਬੰਦੇ ਤੇ ਵੀ ਪਰਚਾ ਹੋਇਆ, ਹਾਂਜੀ, ਉਹ ਜ਼ਮੀਨ ਵਾਲਾ ਮਾਮਲਾ। ਬਿਲਕੁਲ। ਉਧਰੋਂ ਇਹ ਆ ਗਿਆ। ਬੱਚੇ ਬਚ ਕੌਣ ਰਿਹਾ? ਮੈਂ ਤੁਹਾਨੂੰ ਉਹੀ ਦੱਸਿਆ ਕਿ ਥੋੜੇ ਬਹੁਤੇ ਜਿਹੜੇ ਬਚ ਰਹੇ ਆ, ਚੰਗਾ ਕੰਮ ਕਰ ਰਹੇ ਆ, ਉਹਨਾਂ ਨੂੰ ਵੀ ਲੈ ਡੁੱਬੂਗੇ ਇਹ। ਬਿਲਕੁਲ। ਨਾਲ ਇਧਰ ਭੂਰਾ ਜੀ ਕਰਿਆ ਜੀ, ਕਹਿੰਦੇ ਕਿ ਤਪਾ ਮੰਡੀ ਦੇ ਵਿੱਚ ਵੀ ਪ੍ਰਧਾਨਗੀ ਦਾ ਰੌਲਾ ਪੈ ਗਿਆ ਜੀ, ਲਾਭ ਸਿੰਘ ਗੁੱਗੂ ਦਾ ਵੀ ਰੋਲ ਹੈ ਜੀ, ਇਸ ਬਾਰੇ ਵੀ ਦੱਸੋ ਜਰਾ ਜੀ। ਇਹ ਮੇਰੇ ਖਿਆਲ ਨਾਲ ਬਾਈ ਹੈ ਨਹੀਂ ਜਾਣਕਾਰੀ, ਤਪਾ ਮੰਡੀ ਬਾਰੇ ਪਤਾ ਨਹੀਂ ਹੈ ਜੀ, ਉੱਥੇ ਕੀ ਪੋਜੀਸ਼ਨ ਆ, ਕੀ ਹਾਲ ਆ ਜੀ। ਜੇ ਕੋਈ ਜਾਣਕਾਰੀ ਸਾਨੂੰ ਮਿਲੀ ਤੇ ਜ਼ਰੂਰ ਜੀ ਜੀ, ਜੇ ਤੁਹਾਡੇ ਕੋਲ ਹੈਗੀ ਹੈ ਤੇ ਪਹੁੰਚਾ ਦੇਣਾ ਤੁਸੀਂ। ਜੀ ਜੀ। ਪਰ ਅਸੀਂ ਉਸ ਤੋਂ ਪਹਿਲਾਂ ਸਾਰਾ ਕੁਝ ਜੋ ਹੁੰਦੀ ਆ ਖਾਣਾ ਪੂਰਤੀ ਉਹ ਜ਼ਰੂਰ ਕਰਦੇ ਹਾਂ। ਬਿਲਕੁਲ। ਇਹ ਨਹੀਂ ਹੈ ਕਿ ਅਸੀਂ ਕਿਸੇ ਵੀ ਕਾਗਜ਼ ਨੂੰ ਲੈ ਕੇ ਜਾਂ ਇਦਾਂ ਕਰਕੇ ਵਨ ਸਾਈਡਡ ਚਲਾ ਦਈਏ। ਜੀ ਜੀ। ਅਸੀਂ ਪਹਿਲਾਂ ਆਪਣੀ ਭੁੱਖ ਪੜਤਾਲ ਉਹਦੇ ਤੇ ਜ਼ਰੂਰ ਕਰਦੇ ਹਾਂ। ਜੀ ਜੀ ਜੀ, ਬਿਲਕੁਲ ਬਿਲਕੁਲ ਜੀ। ਤੇ ਇਧਰੋਂ ਕਹਿੰਦੇ ਜੀ ਕਿ ਸਾਰਾ ਇਲਜ਼ਾਮ ਨਾ ਕਹਿੰਦੇ ਕਿ ਜੀ MLA ਸਾਹਿਬ ਨੇ SMO ਤੇ ਲਗਾ ਕੇ ਪਾਸੇ ਹੋ ਜਾਣਾ, ਜਿੱਦਾਂ ਜਗਰਾਉਂ ਵਾਲੇ ਕੇਸ ਦੇ ਵਿੱਚ ਕਰਮ ਸਿੰਘ ਫਸ ਗਿਆ ਤੇ ਮੈਡਮ SMO ਕਿਉਂ ਲਵੇਗਾ ਆਪਦੇ ਸਿਰ ਤੇ ਇਲਜ਼ਾਮ? ਬਿਲਕੁਲ ਕਿਉਂ ਲਵੇਗਾ? ਬਾਕੀ ਜੇ ਉਹ ਕਾਣਾ ਹੈ ਤਾਂ ਲਵੇਗਾ। ਬਿਲਕੁਲ ਕਾਣਾ ਤਾਂ ਜੇ ਉਹਦੇ 'ਚ ਕੋਈ ਕਾਨ ਨਹੀਂ ਤਾਂ ਸਿੱਧਾ ਦੱਸਿਓ ਕਿਉਂ ਮੁੱਕਰ ਰਿਹਾ ਸੀ ਕੱਲ ਹੀ, ਉਹ ਪਹਿਲਾਂ ਹੀ ਦੱਸਦਾ ਕਿ ਆ ਬਾਈ ਆ ਕੁਛ ਹੈਗਾ। ਬਾਕੀ ਗੱਲ ਇਹ ਗਾਂ ਨੂੰ ਕੋਈ ਹੋਰ ਇਦਾਂ ਨਹੀਂ ਕਰੇਗਾ। ਬਿਲਕੁਲ। ਜੇ ਇਹਦੀ ਟਿਬਰੀ ਟਾਈਟ ਹੋਏਗੀ ਤੇ ਫਿਰ ਪਤਾ ਲੱਗੇਗਾ। ਹਾਲੇ ਹੋਰ ਕਿਸੇ ਉੱਥੋਂ ਦੇ ਨਿਕਲਨੇ ਬਾਕੀ ਹੈ, ਤੁਸੀਂ ਦੇਖੀ ਜਾਓ। ਜੀ ਜੀ, ਹਾਲੇ ਤਾਂ ਸ਼ੁਰੂਆਤ ਹੋਈ ਹੈ। ਬਿਲਕੁਲ ਬਿਲਕੁਲ। ਤੁਹਾਨੂੰ ਪਤਾ ਨਾ ਲੂੰਬਾ ਸਾਹਿਬ ਭੇਤੀ ਸੀ ਕਿ ਉਹਨਾਂ ਨੇ ਸਾਰਾ ਕੁਝ ਦੇਖਿਆ ਸੀਗਾ ਜਚਾ ਕੇ। ਬਿਲਕੁਲ। ਤੇ ਉਹ ਸਾਰਾ ਕੁਝ ਮੌਕੇ ਤੇ ਹੁਣ ਖੁੱਲ ਰਿਹਾ ਹੋ। ਜੀ ਜੀ, ਬਿਲਕੁਲ। ਇਹ ਕਹਾਣੀ ਕਿਸੇ ਇੱਕ ਸ਼ਹਿਰ ਦੀ ਨਹੀਂ ਹੈ, ਇਹ ਕਹਾਣੀ ਬਹੁਤ ਸਾਰੇ ਸ਼ਹਿਰਾਂ ਦੀ ਹੈ। ਬਿਲਕੁਲ। ਤਾਂ ਤੁਸੀਂ ਸੋਚ ਕੇ ਦੇਖੋ, ਜਿੱਥੋਂ ਦੀ ਰਾਜਨੀਤੀ ਹਸਪਤਾਲਾਂ 'ਚ ਦਖਲ ਰੱਖੀ ਬੈਠੀ ਹੈ ਯਾਰ, ਆ ਕੁਝ ਸੁਣ ਰਹੇ ਹਾਂ ਜਿਹਦੇ ਬਾਰੇ
ਤਾਂ ਫਿਰ ਉੱਥੋਂ ਦੀ ਰਾਜਨੀਤੀ ਕੀ ਸਵਾਲ ਨਹੀਂ, ਇਹ ਤਾਂ ਨਾ ਪਰਚੇਜ਼ਿੰਗ ਨੂੰ ਲੈ ਕੇ ਮਿੰਟੂ ਜੀ ਥੋੜੇ ਰੂਲ ਨਾ ਸਖਤ ਹੋਣੇ ਚਾਹੀਦੇ। ਮੈਨੂੰ ਕਿਸੇ ਜਾਣਕਾਰ ਨੇ ਦੱਸਿਆ, ਕਹਿੰਦਾ ਯਾਰ ਮੈਂ ਮੁਲਾਜ਼ਮ ਛੋਟਾ, ਜਾਣਕਾਰੀ ਲੈ ਕੇ ਤੁਹਾਨੂੰ ਪੂਰੇ ਦੇਵਾਂਗਾ। ਕਹਿੰਦਾ ਏਸੀ ਖਰੀਦਦੇ ਨੇ ਜਾ ਕੇ ਨਵੰਬਰ, ਦਸੰਬਰ, ਜਨਵਰੀ 'ਚ। ਬਾਈ ਉਦੋਂ ਕਿਹੜੀ ਡਿਮਾਂਡ ਆ ਦੱਸੋ ਮੈਨੂੰ ਤੁਸੀਂ। ਉਦੋਂ ਕਹਿੰਦੇ ਹੋਣੇ ਕਿ ਸ਼ਾਇਦ ਹੋ ਸਕਦਾ ਸਸਤੇ ਮਿਲ ਜਾਣ। ਨਹੀਂ, ਅਸਲ ਦੇ ਵਿੱਚ ਪਰਚੇਜ਼ਿੰਗ ਪਹਿਲਾਂ ਕਰ ਲੈਂਦੇ, ਲਾ ਲਏ ਆ, ਕਹਿੰਦੇ ਕੁਝ ਮਹੀਨੇ ਆਪਣੇ ਇੱਧਰ ਉੱਧਰ ਵਰਤੇ, ਗਰਮੀ ਦੇ ਸੀਜ਼ਨ ਕੱਢਿਆ, ਬਾਅਦ ਦੇ ਵਿੱਚ ਲਿਆ ਕੇ ਇੱਥੇ ਹਾਂ, ਇਹ ਵੀ ਤੇ ਬੜੀ ਵੱਡੀ ਘੁੰਡੀ ਹੈ। ਦੇਖ ਲਓ, ਪਹਿਲਾਂ ਕਿਤੇ ਹੋਰ ਠੰਡੀਆਂ ਹਵਾਵਾਂ ਦਿੰਦੇ ਨੇ ਤੇ ਜਦੋਂ ਠੰਡ ਵੱਧ ਜਾਂਦੀ ਹੈ ਉਦੋਂ ਚੱਕ ਕੇ ਇਹ ਵੀ ਇੱਕ ਗੱਲ ਤਾਂ ਠੀਕ ਹੈ, ਵੈਲਿਡ ਪੁਆਇੰਟ। ਅੱਗੇ ਬਾਈ ਨਵੰਬਰ ਦਸੰਬਰ 'ਚ ਕੀ ਕਰਨੇ ਫਿਰ ਜੋ ਵੀ ਮੰਨ ਲਓ ਇਹਨਾਂ ਨੂੰ ਤਾਂ ਰੱਖਣਾ ਚਾਹੀਦਾ ਕਿ 50,000 ਲੱਖ ਤੋਂ ਕੋਈ ਜਿਹੜੀ ਪਰਚੇਸਿੰਗ ਉੱਤੇ ਉਹਦੀਆਂ ਕੋਟੇਸ਼ਨਾਂ ਮੰਗਾ ਲਓ, ਕੋਟੇਸ਼ਨਾਂ ਮੰਗਾਉਣੀ ਚਾਹੀਦੀਆਂ। ਕੰਪਨੀਆਂ ਆਪਣੀਆਂ ਖਾਸੀਅਤਾਂ ਦੱਸਣ। ਇਹ ਥੋੜੀ ਆ ਕਿ ਉੱਠ ਕੇ ਆਪਣੇ ਪੱਧਰ ਤੇ ਲੱਖ 2 ਲੱਖ 3 ਲੱਖ ਦੀ ਖਰੀਦਦਾਰੀ ਕਰੋ ਤੇ ਉਹ ਸਮਾਨ ਜਿਹੜਾ ਹੈ ਉਹ ਲੋਕਾਂ ਦੇ ਵਰਤਣ ਦੀ ਥਾਂ ਤੇ ਉਹ ਲੀਡਰਾਂ ਦੇ ਘਰਾਂ 'ਚ ਚੱਲਦਾ ਫਿਰੇ। ਮੈਨੂੰ ਦੱਸੋ ਕਿਹੜਾ ਐਸਾ ਹਸਪਤਾਲ ਆ ਜਿਹਦੇ ਵਿੱਚ ਮਰੀਜ਼ਾਂ ਵਾਸਤੇ ਇਹਨਾਂ ਨੇ ਰੈਫਰੀਜਰੇਟਰ ਰੱਖਿਆ ਹੋਵੇ ਜੀ, ਕਿ ਇਹਦੇ ਵਿੱਚ ਤੁਸੀਂ ਦਾਰੂ ਰੱਖ ਲਓ, ਦਵਾਈ ਰੱਖ ਲਓ, ਫਲ ਰੱਖ ਲਓ, ਫਰੂਟ ਰੱਖ ਲਓ। ਉਹ ਫਰਿੱਜ ਹੈ ਕਿੱਥੇ ਨੇ ਜੀ, ਕਾਹਦੇ ਵਾਸਤੇ ਆ ਉਹ? ਬਿਲਕੁਲ ਬਿਲਕੁਲ ਜੀ। ਇੱਧਰੋਂ ਗਿੱਲ ਸਾਹਿਬ ਕਹਿੰਦੇ ਕਿ ਜੀ ਜਿਹੜਾ ਸਰਕਾਰੀ ਡਰਾਈਵਰ ਸੀਗਾ ਜੀ, ਐਮਐਲਏ ਸਾਹਿਬ ਨੇ ਰੱਖਿਆ ਸੀਗਾ ਜੀ, ਕਹਿੰਦੇ ਕਿ ਜੀ ਉਹ ਵੀ ਮੈਂ ਸੁਣਿਆ ਜੀ, ਕਹਿੰਦੇ ਕਿ ਬਾਈ ਉਹਦਾ ਵੀ ਰੌਲਾ ਖਾਸਾ ਪਿਆ ਹੋਇਆ ਵੈਸੇ ਡਰਾਈਵਰ ਕਹਿੰਦੇ ਆ ਕਿ ਮੁੜ ਆਇਆ ਉਹ। ਤੇ ਉੱਥੋਂ ਦੇ ਹਸਪਤਾਲ ਵਾਲੇ ਵੀ ਕਹਿੰਦੇ ਸ਼ੁਕਰ ਹੈ ਭਰਾਵਾ ਸਾਨੂੰ ਵੀ ਪਤਾ ਲੱਗਾ ਕਿ ਇੱਥੇ ਕੋਈ ਡਰਾਈਵਰ ਹੈਗਾ। ਸੁਣਿਆ ਬਾਈ ਉਹ ਵੀ ਮਾਮਲਾ ਕਾਫੀ ਦਿਲਚਸਪ ਹੈ। ਬਿਲਕੁਲ, ਉਹ ਕਹਿੰਦੇ ਕਿ ਬਾਈ ਸ਼ੁਕਰ ਕਰ ਤੇਰੀ ਸ਼ਕਲ ਅਸੀਂ ਦੇਖ ਲਈ ਹੈ, ਕਿਉਂਕਿ ਉੱਥੇ ਬਹੁਤੇ ਮੁਲਾਜ਼ਮ ਇਹੋ ਪਿੱਟਦੇ ਪਏ ਸੀ, ਕਹਿੰਦੇ ਬਾਈ ਇਸ ਤਾਂ ਫਲਾਣੇ ਬੰਦੇ ਨੂੰ ਜਾਣਦੇ ਨਹੀਂ ਅਸੀਂ ਇਹਨੂੰ। ਅੱਗੇ ਇਹੋ ਜਿਹੇ ਦੋਸ਼ ਨਾ ਕਾਲੀਆਂ ਤੇ ਲੱਗਦੇ ਹੁੰਦੇ ਸਨ। ਕਹਿੰਦੇ ਵੀ ਜਿਹੜੇ ਐਸਜੀਪੀਸੀ ਵਾਲੇ ਵਿਚਾਰੇ ਕੁਝ ਮੁਲਾਜ਼ਮ ਨੇ ਉਹਨਾਂ ਨੂੰ ਘਰਾਂ 'ਚ ਲੈ ਗਏ ਨੇ। ਹਾਂਜੀ, ਇਹ ਜਥੇਦਾਰ ਜਿਹੜੇ ਹੈਗੇ ਨਾ, ਸਾਬਕਾ ਜਥੇਦਾਰ ਰਣਜੀਤ ਸਿੰਘ ਇਸ ਤਰ੍ਹਾਂ ਦੇ ਦੋਸ਼ ਲਾਉਂਦੇ ਹੁੰਦੇ ਸੀ। ਤੇ ਆਹ ਦੋਸ਼ ਹੁਣ ਇਹਨਾਂ ਤੇ ਲੱਗਣ ਲੱਗ ਪਏ ਨੇ। ਕਈ ਵਿਚਾਰੇ ਕਿਸੇ ਦਾ ਕੋਈ 6 ਫੁੱਟ ਕੱਦ ਹੁੰਦਾ, ਉਹਨੂੰ ਨਾਲ ਦਵੱਲੀ ਫਿਰਦੇ ਆ ਬਾਈ ਚੱਕ ਮੁਲਾਜ਼ਮਾਂ ਮੂੰਹ ਤੋਂ। ਉਹ ਅਗਲਾ ਕੱਦ ਤੇ ਝੂਰਦਾ ਰਹਿੰਦਾ ਕਿ ਯਾਰ ਕਿਉਂ ਐਡਾ ਕੱਦ ਮਿਲਿਆ, ਇਹ ਤਾਂ ਬਹਿਣ ਵੀ ਨਹੀਂ ਦਿੰਦੇ। ਜੀ ਜੀ ਜੀ।